ਅੱਜ ਵਿਧਾਨ ਸਭਾ ਦੇ ਵਿੱਚ ਫਿਰ ਭੁਚਾਲ ਦੇਖਣ ਨੂੰ ਮਿਲਿਆ ਇੱਕ ਤਰ੍ਹਾਂ ਦਾ ਜੀ। ਕੁਲਦੀਪ ਸਿੰਘ ਧਾਲੀਵਾਲ ਮੰਤਰੀ ਵੱਲੋਂ ਸੁਖਪਾਲ ਖਹਿਰਾ ਦੇ ਵਿੱਚ ਤਿੱਖੀ ਬਹਿਸ ਦੇਖਣ ਨੂੰ ਮਿਲੀ ਹੈ। ਕਿਵੇਂ ਦੇਖਦੇ? ਖਾਸ ਤੌਰ ਦੇ ਉੱਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਧੇ ਹੋ ਗਏ ਸੀਗੇ ਪ੍ਰਤਾਪ ਸਿੰਘ ਬਾਜਵਾ ਨੂੰ। ਉਹਨਾਂ ਨੇ ਕੋਈ ਸਵਾਲ ਅਜੇ ਚੁੱਕੇ ਤੇ ਆਪਸ ਦੇ ਵਿੱਚ ਜਿਹੜੀ ਤਿਕੜਮਬਾਜ਼ੀ ਹੋਈ। ਜਿਹੜੇ ਆਮ ਲੋਕ ਨੇ ਕੁਝ ਕੁ ਤਾਂ ਪੱਖ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਕੁਰਸੀ ਦੀ ਗਰਿਮਾ ਰੱਖਣੀ ਚਾਹੀਦੀ ਹੈ ਕਿ ਉਹਨਾਂ ਨੂੰ ਅਜਿਹੇ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਹਰਜੋਤ ਬੈਂਸ ਜੋ ਪੰਜਾਬ ਦੇ ਸਿੱਖਿਆ ਮੰਤਰੀ ਨੇ, ਉਹਨਾਂ ਦੇ ਨਾਲ ਵੀ ਖਹਿਰਾ ਸਾਹਿਬ ਦਾ ਪੇਚਾ ਪੈ ਗਿਆ। ਮਾਮਲਾ ਸੀਗਾ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਟ੍ਰੇਨਿੰਗ ਤੇ ਭੇਜਣ ਦਾ। ਖਹਿਰਾ ਸਾਹਿਬ ਨੇ ਕਿਹਾ ਕਿ ਕੀ ਸਿੱਖਿਆ ਉੱਥੇ ਤੇ ਕਿਹੜੀ ਉਹਨਾਂ ਦੀ ਚੋਣ ਦਾ ਆਧਾਰ ਸੀ ਉਹ ਵੀ ਦੱਸਿਆ ਜਾਵੇ। ਤੇ ਜਿਸ ਤੋਂ ਬਾਅਦ ਦੇ ਵਿੱਚ ਕਾਫੀ ਤਲਖ ਵਾਲਾ ਮਾਹੌਲ ਬਣ ਗਿਆ ਤੇ ਸਿੱਧੇ ਤੌਰ ਦੇ ਉੱਤੇ ਜਿਹੜੇ ਖਹਿਰਾ ਸਾਹਿਬ ਨੇ ਉਹ ਜਦੋਂ ਬੋਲ ਰਹੇ ਸੀ ਤਾਂ ਬੈਂਸ ਸਾਹਿਬ ਨੇ ਸਿੱਧਾ ਕਹਿਤਾ, ਕਹਿੰਦੇ ਖਹਿਰਾ ਸਾਹਿਬ ਸੁਣਨ ਦਾ ਮਾਦਾ ਵੀ ਰੱਖੋ। ਕੁਲਦੀਪ ਧਾਲੀਵਾਲ ਦੇ ਨਾਲ ਜਦੋਂ ਪੇਚਾ ਪਿਆ ਖਹਿਰਾ ਸਾਹਿਬ ਦਾ ਤਾਂ ਇੰਨਾ ਕੁ ਹੰਗਾਮਾ ਹੋ ਗਿਆ ਕਿ ਮਾਰਸ਼ਲ ਸਦਨੇ ਪੈ ਗਏ ਤਾਂ ਜੋ ਸਦਨ ਦੀ ਕਾਰਵਾਈ ਨੂੰ ਅੱਗੇ ਵਧਾਇਆ ਜਾਵੇ। ਤੇ ਬਾਜਵਾ ਸਾਹਿਬ ਨੇ ਇਹ ਵੀ ਗੱਲ ਕਹੀ ਸੀ ਕਿ ਸੀਐਮ ਮਾਨ ਸਾਡੇ ਤੋਂ ਮਾਫੀ ਮੰਗਣ, ਫਿਰ ਅਸੀਂ ਸਦਨ ਦੇ ਵਿੱਚ ਜਾਵਾਂਗੇ। ਕਾਂਗਰਸ ਨੇ ਵਾਕਆਊਟ ਕੀਤਾ, ਕਾਂਗਰਸ ਨੇ ਕੱਲ ਵੀ ਵਾਕਆਊਟ ਕੀਤਾ ਸੀ ਤੇ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਉਮਰ ਦੇ ਵਿੱਚ ਵੀ ਸੀਨੀਅਰ ਨੇ, ਰੁਤਬੇ ਦੇ ਵਿੱਚ ਵੀ ਸੀਨੀਅਰ ਨੇ, ਸਿਆਸਤ ਦੇ ਵਿੱਚ ਵੀ ਕਾਫੀ ਸੀਨੀਅਰ ਨੇ, ਤਾਂ ਇਸ ਕਰਕੇ ਮਾਨ ਸਾਹਿਬ ਨੇ ਜੋ ਕੁਝ ਕਿਹਾ ਉਹਦੇ ਉੱਤੇ ਮਾਫੀ ਮੰਗਣੀ ਚਾਹੀਦੀ ਹੈ। ਪਰ ਮਾਨ ਸਾਹਿਬ ਨੇ ਅਜੇ ਤੱਕ ਮਾਫੀ ਨਹੀਂ ਮੰਗੀ। ਤੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੱਲੋਂ ਵਿਧਾਨ ਸਭਾ ਦੇ ਬਾਹਰ ਧਰਨਾ ਦਿੱਤਾ ਗਿਆ। ਉਹਨਾਂ ਵੱਲੋਂ ਕਿਹਾ ਕਿ ਸਾਡੇ ਪੁੱਤਰ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਤੇ ਸਿੱਧੂ ਮੂਸੇਵਾਲਾ ਦੇ ਜੇਕਰ ਤੁਸੀਂ ਪਿਤਾ ਦੇ ਪੁਰਾਣੇ ਬਿਆਨ ਸੁਣੋ ਤਾਂ ਉਹਦੇ ਵਿੱਚ ਉਹ ਅਕਸਰ ਕਹਿੰਦੇ ਨੇ ਕਿ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਨੂੰ ਪੂਰੀ ਸ਼ਹਿ ਦਿੱਤੀ ਜਾਂਦੀ ਹੈ, ਆਰਾਮ ਕਰਦੇ ਨੇ ਗੈਂਗਸਟਰ, ਮੋਬਾਈਲ ਵਰਤਦੇ ਨੇ, ਸਾਰੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ। ਜਿਹੜੀਆਂ 2 ਮੌਤਾਂ ਹੋਈਆਂ ਨੇ ਗੈਂਗਸਟਰਾਂ ਦੀਆਂ, ਉਹਨਾਂ ਦੇ ਉੱਤੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਮਹੱਤਵਪੂਰਨ ਗਵਾਹ ਨੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਕੋਈ ਛੋਟੇ-ਮੋਟੇ ਬੰਦੇ ਦਾ ਕਤਲ ਨਹੀਂ ਹੋਇਆ। ਇੱਕ ਵੱਡੀ ਪਰਸਨੈਲਿਟੀ ਸੀ, ਪੂਰੀ ਦੁਨੀਆ ਦੇ 7-8 ਬੰਦਿਆਂ ਦੇ ਵਿੱਚ, ਗਾਇਕਾਂ ਦੇ ਵਿੱਚ ਉਹਦਾ ਨਾਮ ਆਉਂਦਾ ਸੀ। ਤੇ ਮਾਤਾ ਚਰਨ ਕੌਰ ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜੇ ਸ਼ੂਟਰ ਨੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਹੜੇ ਸਿੱਧੂ ਮੂਸੇਵਾਲਾ ਦੇ ਮਾਤਾ ਨੇ ਚਰਨ ਕੌਰ ਜੀ, ਉਹ ਕਾਂਗਰਸੀ ਆਗੂ ਨੇ, ਕਾਂਗਰਸੀ ਸਰਪੰਚ ਵੀ ਨੇ ਜੀ। ਤਾਂ ਕਾਂਗਰਸ ਵੀ ਉਹਨਾਂ ਦੇ ਹੱਕ ਦੇ ਵਿੱਚ ਆਈ। ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਹੋਰ ਵੀ ਲੀਡਰ ਜਿਹੜੇ ਸੀਗੇ ਉਸ ਧਰਨੇ ਦੇ ਵਿੱਚ ਬੈਠ ਗਏ ਤੇ ਸਵੇਰੇ ਸਦਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਹੰਗਾਮਾ ਸ਼ੁਰੂ ਹੋ ਗਿਆ। ਮਾਨਸਾ ਦੇ ਐਸਐਸਪੀ ਨਾਨਕ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਬਲਕੌਰ ਸਿੰਘ ਨੂੰ ਜਿਹੜਾ ਬੰਦਾ ਧਮਕੀ ਦੇ ਰਿਹਾ ਸੀਗਾ, ਵਿਦਿਆਰਥੀ 10ਵੀਂ ਕਲਾਸ ਦਾ ਵਿਦਿਆਰਥੀ ਹੈ, 14 ਸਾਲ ਉਹਦੀ ਉਮਰ ਹੈ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਬੀਤੇ ਦਿਨਾਂ ਦੇ ਦੌਰਾਨ ਈਮੇਲ ਦੇ ਜ਼ਰੀਏ ਬਲਕੌਰ ਸਿੰਘ ਨੂੰ ਕਾਫੀ ਧਮਕੀਆਂ ਆਈਆਂ ਸੀ ਜੀ। ਜਦੋਂ ਇਹਦੀ ਜਾਂਚ ਪੜਤਾਲ ਕੀਤੀ ਗਈ ਤਾਂ ਧਮਕੀਆਂ ਦੇਣ ਵਾਲਾ ਇੱਕ 10ਵੀਂ ਜਮਾਤ ਦਾ ਵਿਦਿਆਰਥੀ ਨਿਕਲਿਆ ਜੀ। ਪਰ ਰਾਜਾ ਵੜਿੰਗ ਵੱਲੋਂ ਅੰਮ੍ਰਿਤਪਾਲ ਦਾ ਇਹ ਮੁੱਦਾ ਚੱਕਿਆ ਗਿਆ ਵੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ, ਕਾਰਵਾਈ ਕੀਤੀ ਜਾਵੇ। ਸੰਦੇ ਦੇ ਵਿੱਚ ਬੜਾ ਹੰਗਾਮਾ ਹੋਇਆ ਅੰਮ੍ਰਿਤਪਾਲ ਸਿੰਘ ਲੈ ਕੇ, ਕਿਵੇਂ ਦੇਖਦੇ? ਸਮਰਥਕਾਂ ਦੇ ਉੱਤੇ ਵੱਡੇ ਸਵਾਲ ਇਹ ਖੜੇ ਹੋਏ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਜਿੰਨੇ ਵੀ ਸਮਰਥਕ ਨੇ, ਜ਼ਿਆਦਾਤਰ ਦੇ ਕੋਲ ਹਥਿਆਰ ਨੇ, ਲਾਇਸੈਂਸੀ ਹਥਿਆਰ ਨੇ, ਪਰ ਉਹਨਾਂ ਹਥਿਆਰਾਂ ਦੇ ਜਿਹੜੇ ਵੱਧ ਰੌਂਦ ਰੱਖੇ ਹੋਏ ਨੇ, ਜਿੰਨੇ ਇੱਕ ਲਿਮਿਟ ਹੁੰਦੀ ਹੈ ਉਦੋਂ ਵੱਧ ਰੱਖੇ ਨੇ। ਤੇ ਹੁਣ ਇਹ ਵੀ ਵੱਡੀ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹਦੀ ਪੁਸ਼ਟੀ ਅਸੀਂ ਕਰ ਦਿਆਂਗੇ ਜਦੋਂ ਪੂਰੀ ਅਪਡੇਟ ਆ ਜਾਏਗੀ ਆਪਣੇ ਕੋਲ। ਉਹਦੇ ਵਿੱਚ ਇਹ ਹੈ ਕਿ ਜਿਹੜੇ ਲਾਇਸੈਂਸੀ ਹਥਿਆਰ ਨੇ ਉਹ ਰਿਵਿਊ ਹੋ ਚੁੱਕੇ ਨੇ। ਫਿਰ ਰਾਜਾ ਵੜਿੰਗ ਨੇ ਵਿਧਾਨ ਸਭਾ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਚੁੱਕਿਆ ਹੈ। ਉਹ ਕਹਿੰਦੇ ਨੇ ਕਿ ਗ੍ਰਿਫਤਾਰ ਕੀਤਾ ਜਾਵੇ ਅੰਮ੍ਰਿਤਪਾਲ ਸਿੰਘ ਨੂੰ। ਕਹਿੰਦੇ ਕਿ ਇਹਦੇ ਸਬੰਧ ਏਜੰਸੀਆਂ ਦੇ ਨਾਲ ਹੋ ਸਕਦੇ ਨੇ, ਪਾਕਿਸਤਾਨ ਦੇ ਨਾਲ ਸਬੰਧ ਹੋ ਸਕਦੇ ਨੇ। ਉਹ ਕਹਿੰਦੇ ਨੇ ਕਿ ਜਿਹੜੀਆਂ ਏਜੰਸੀਆਂ ਨੇ, ਰਾਜਾ ਵੜਿੰਗ ਕਹਿੰਦੇ ਨੇ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ। ਕੁਝ ਲੋਕ ਨੇ ਇਹ ਵੀ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਲੱਗ ਜਾਵੇ, ਰਾਸ਼ਟਰਪਤੀ ਸ਼ਾਸਨ ਲਾਗੂ ਹੋ ਜਾਵੇ ਤੇ ਸਰਕਾਰ ਇੱਕ ਪਾਸੇ ਹੋ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਹਾਜ਼ਰਾ ਪ੍ਰੋਗਰਾਮ ਇੱਕ ਮੇਰੀ ਵੀ ਸੁਣਨ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਧਰਮਿੰਦਰ ਸੰਧੂ ਜੀ। ਆਉਣ ਦਾ ਸਵਾਗਤ ਕਰਦੇ ਹਾਂ। ਸੰਧੂ ਸਾਹਿਬ ਸਵਾਗਤ ਹੈ ਜੀ। ਧੰਨਵਾਦ ਬਲਵਿੰਦਰ। ਅੱਜ ਵਿਧਾਨ ਸਭਾ ਦੇ ਵਿੱਚ ਫਿਰ ਭੁਚਾਲ ਦੇਖਣ ਨੂੰ ਮਿਲਿਆ ਇੱਕ ਤਰ੍ਹਾਂ ਦਾ ਜੀ। ਕੁਲਦੀਪ ਸਿੰਘ ਧਾਲੀਵਾਲ ਮੰਤਰੀ ਵੱਲੋਂ ਸੁਖਪਾਲ ਖਹਿਰਾ ਦੇ ਵਿੱਚ ਤਿੱਖੀ ਬਹਿਸ ਦੇਖਣ ਨੂੰ ਮਿਲੀ ਹੈ। ਕਿਵੇਂ ਦੇਖਦੇ ਹੋ ਸੰਧੂ ਸਾਹਿਬ ਤੁਸੀਂ? ਬਿਲਕੁਲ ਬਲਵਿੰਦਰ, ਬਜਟ ਇਜਲਾਸ ਚੱਲ ਰਿਹਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ। ਆਏ ਦਿਨ ਹੰਗਾਮਾ ਦੇਖਣ ਨੂੰ ਮਿਲਦਾ ਹੈ। ਕੱਲ ਦੂਜਾ ਦਿਨ ਸੀ, ਅੱਜ ਤੀਜਾ ਦਿਨ ਹੈ ਤੇ ਅੱਜ ਵੀ ਉਹੀ ਕੁਝ ਦੇਖਣ ਨੂੰ ਮਿਲਿਆ ਜੋ ਕੱਲ ਸੀ। ਕੱਲ ਖਾਸ ਤੌਰ ਦੇ ਉੱਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਧੇ ਹੋ ਗਏ ਸੀਗੇ ਪ੍ਰਤਾਪ ਸਿੰਘ ਬਾਜਵਾ ਨੂੰ। ਉਹਨਾਂ ਨੇ ਕੋਈ ਸਵਾਲ ਅਜੇ ਚੁੱਕੇ ਤੇ ਆਪਸ ਦੇ ਵਿੱਚ ਜਿਹੜੀ ਤਿਕੜਮਬਾਜ਼ੀ ਹੋਈ
ਉਹਦੇ ਉੱਤੇ ਸਿਆਸੀ ਬਿਆਨ ਵੀ ਆਉਣੇ ਸ਼ੁਰੂ ਹੋ ਗਏ ਨੇ ਤੇ ਜਿਹੜੇ ਆਮ ਲੋਕ ਨੇ ਕੁਝ ਕੁ ਦਾ ਪੱਖ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਕੁਰਸੀ ਦੀ ਗਰਿਮਾ ਰੱਖਣੀ ਚਾਹੀਦੀ ਹੈ ਕਿ ਉਹਨਾਂ ਨੂੰ ਅਜਿਹੇ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਪਰ ਦੂਜੇ ਪਾਸੇ ਇੱਕ ਧੜਾ ਲੋਕਾਂ ਦਾ ਇਹ ਵੀ ਹੈ ਜਿਹੜਾ ਉਹ ਕਹਿੰਦੇ ਨੇ ਕਿ ਜੋ ਜਵਾਬ ਭਗਵੰਤ ਸਿੰਘ ਮਾਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੇ ਗਏ ਨੇ ਉਹ ਬਿਲਕੁਲ ਸਹੀ ਨੇ ਤੇ ਅੱਜ ਵੀ ਇਹੀ ਕੁਝ ਦੇਖਣ ਨੂੰ ਮਿਲਿਆ। ਇੱਕ ਤਾਂ ਸਿੱਧੇ ਤੌਰ ਦੇ ਉੱਤੇ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੇ ਜਦੋਂ ਜ਼ਮੀਨ ਦਾ ਪੰਚਾਇਤੀ ਜ਼ਮੀਨਾਂ ਦਾ ਮੁੱਦਾ ਚੁੱਕਿਆ ਤਾਂ ਉਸੇ ਵੇਲੇ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਦੇ ਨਾਲ ਸਿੱਧੀ ਤਿਕੜਮਬਾਜ਼ੀ ਸ਼ੁਰੂ ਕਰ ਦਿੱਤੀ, ਜਿਹਦੇ ਵਿੱਚ ਤਿੱਖੀ ਬਹਿਸ ਹੋ ਗਈ। ਜ਼ਮੀਨ ਦਾ ਮਾਮਲਾ ਸੀ, ਜ਼ਮੀਨ ਦੇ ਕਾਗਜ਼ ਤੱਕ ਦਿਖਾ ਦਿੱਤੇ ਗਏ ਢਾਲੀਵਾਲ ਸਾਹਿਬ ਵੱਲੋਂ ਤੇ ਮਾਮਲਾ ਉਲਝਦਾ ਹੋਇਆ ਸਿੱਧਾ ਬਿਆਨਬਾਜ਼ੀ ਤੱਕ ਪਹੁੰਚ ਗਿਆ ਤੇ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਉਸ ਵੇਲੇ ਜਦੋਂ ਹਰਜੋਤ ਬੈਂਸ ਜੋ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਹਨਾਂ ਦੇ ਨਾਲ ਵੀ ਖਹਿਰਾ ਸਾਹਿਬ ਦਾ ਪੇਚਾ ਪੈ ਗਿਆ। ਮਾਮਲਾ ਸੀਗਾ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਟ੍ਰੇਨਿੰਗ ਤੇ ਭੇਜਣ ਦਾ। ਪਹਿਲੇ ਗੇੜ ਦੇ ਵਿੱਚ 20 ਪ੍ਰਿੰਸੀਪਲ ਸਿੰਗਾਪੁਰ ਭੇਜੇ ਗਏ, ਉਸ ਤੋਂ ਬਾਅਦ ਦੂਜੇ ਗੇੜ 'ਚ ਭੇਜੇ ਗਏ ਤਾਂ ਖਹਿਰਾ ਸਾਹਿਬ ਨੇ ਕਿਹਾ ਕਿ ਕੀ ਸਿੱਖਿਆ ਉੱਥੇ ਤੇ ਕਿਹੜੀ ਉਹਨਾਂ ਦੀ ਚੋਣ ਦਾ ਆਧਾਰ ਸੀ ਉਹ ਵੀ ਦੱਸਿਆ ਜਾਵੇ ਤੇ ਜਿਸ ਤੋਂ ਬਾਅਦ ਦੇ ਵਿੱਚ ਕਾਫੀ ਤਲਖ ਵਾਲਾ ਮਾਹੌਲ ਬਣ ਗਿਆ ਤੇ ਸਿੱਧੇ ਤੌਰ ਦੇ ਉੱਤੇ ਜਿਹੜੇ ਖਹਿਰਾ ਸਾਹਿਬ ਨੇ ਉਹ ਜਦੋਂ ਬੋਲ ਰਹੇ ਸੀ ਤਾਂ ਬੈਂਸ ਸਾਹਿਬ ਨੇ ਸਿੱਧਾ ਕਹਿਤਾ, ਕਹਿੰਦੇ ਖਹਿਰਾ ਸਾਹਿਬ ਸੁਣਨ ਦਾ ਮਾਦਾ ਵੀ ਰੱਖੋ। ਸਿੱਧੇ ਤਲਖ ਜਵਾਬ ਦੇ ਵਿੱਚ ਇਹ ਕਿਹਾ ਗਿਆ ਤਾਂ ਉਸ ਤੋਂ ਬਾਅਦ ਵਿੱਚ ਮਾਹੌਲ ਹੋਰ ਵੀ ਭੱਗ ਗਿਆ। ਇੱਕ ਟਵੀਟ ਦਾ ਜ਼ਿਕਰ ਵੀ ਹਰਜੋਤ ਬੈਂਸ ਵੱਲੋਂ ਕਰ ਦਿੱਤਾ ਗਿਆ ਕਿ ਜਿਹੜੀਆਂ ਸਾਡੀਆਂ ਪਾਲਿਸੀਆਂ ਨੇ ਸਿੱਖਿਆ ਨੂੰ ਲੈ ਕੇ ਪ੍ਰਿੰਸੀਪਲਾਂ ਨੂੰ ਭੇਜਣ ਵਾਲਾ ਜਿਹੜਾ ਸਾਡਾ ਸਿਸਟਮ ਆ ਉਹਦੇ ਬਾਰੇ ਕਹਿੰਦੇ ਜੀ ਗਲਤ ਇਨਫੋਰਮੇਸ਼ਨ ਦੇ ਰਹੇ ਨੇ ਟਵੀਟ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ। ਸੁਖਪਾਲ ਸਿੰਘ ਖਹਿਰਾ ਤੋਂ ਇਸ ਟਵੀਟ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਉਸ ਵੇ ਦੇ ਨਾਲ ਨਹੀਂ ਲਿਖਿਆ ਸੀਗਾ ਇਹ ਸਾਰਾ ਕੁਝ। ਹੋ ਸਕਦਾ ਹੈ ਕਿ ਕਿਸੇ ਨੇ ਆਨਲਾਈਨ ਛੇੜਖਾਨੀ ਕੀਤੀ ਹੋਵੇ, ਰੀਪੋਸਟ ਕੀਤਾ ਹੋਵੇ ਜਾਂ ਫਿਰ ਕੋਈ ਨਾ ਕੋਈ ਸਿਸਟਮ ਹਿੱਲ ਗਿਆ ਹੋਵੇ। ਇਸ ਦੇ ਬਾਵਜੂਦ ਬਾਅਦ ਦੇ ਵਿੱਚ ਹੁਣ ਜਾਂਚ ਦੇ ਉੱਤੇ ਆ ਕੇ ਗੱਲ ਖੜ ਗਈ ਹੈ ਵੀ ਜਾਂਚ ਇਸ ਮਾਮਲੇ ਦੀ ਕਰਵਾਈ ਜਾਵੇਗੀ ਤੇ ਸਿੱਧੇ ਤੌਰ ਦੇ ਉੱਤੇ ਹਰਜੋਤ ਬੈਂਸ ਨੇ ਕਹਿ ਦਿੱਤਾ ਕਿ ਇਹ ਬੰਦਾ ਮਿਸਗਾਈਡ ਕਰਦਾ ਹੈ। ਹਰਜੋਤ ਬੈਂਸ ਨੇ ਖਹਿਰਾ ਸਾਹਿਬ ਨੂੰ ਸਿੱਧੇ ਤੌਰ ਦੇ ਉੱਤੇ ਖਰੀਆਂ ਸੁਣਾਈਆਂ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਕੁਲਦੀਪ ਢਾਲੀਵਾਲ ਦੀ, ਕੁਲਦੀਪ ਢਾਲੀਵਾਲ ਦੇ ਨਾਲ ਜਦੋਂ ਪੇਚਾ ਪਿਆ ਖਹਿਰਾ ਸਾਹਿਬ ਦਾ ਤਾਂ ਇੰਨਾ ਕੁ ਹੰਗਾਮਾ ਹੋ ਗਿਆ ਕਿ ਮਾਰਸ਼ਲ ਸੱਦਣੇ ਪੈ ਗਏ ਤਾਂ ਜੋ ਸਦਨ ਦੀ ਕਾਰਵਾਈ ਨੂੰ ਅੱਗੇ ਵਧਾਇਆ ਜਾਵੇ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਪਹੁੰਚਦੇ ਨੇ ਜੀ। ਮੁੱਖ ਮੰਤਰੀ ਸਾਹਿਬ ਪਹੁੰਚੇ ਤੇ ਨਾਲ ਦੀ ਨਾਲ ਕਾਂਗਰਸ ਨੇ ਵਾਕਆਊਟ ਕਰ ਦਿੱਤਾ ਮੁੱਖ ਮੰਤਰੀ ਸਾਹਿਬ ਦੇ ਪਹੁੰਚਦੇ ਸਾਰ ਜੀ। ਸੋ ਦੂਜੇ ਪਾਸੇ ਬਾਜਵਾ ਸਾਹਿਬ ਨੇ ਇਹ ਵੀ ਗੱਲ ਕਹੀ ਸੀ ਕਿ ਸੀਐਮ ਮਾਨ ਸਾਡੇ ਤੋਂ ਮਾਫੀ ਮੰਗਣ ਫਿਰ ਅਸੀਂ ਸਦਨ ਦੇ ਵਿੱਚ ਜਾਵਾਂਗੇ ਜੀ। ਬਿਲਕੁਲ ਜੀ, ਅਜੇ ਮਾਫੀ ਤਾਂ ਮੰਗੀ ਨਹੀਂ ਗਈ ਬਲਵਿੰਦਰ ਮਾਨ ਸਾਹਿਬ ਵੱਲੋਂ, ਪਰ ਮਾਨ ਸਾਹਿਬ ਵੱਲੋਂ ਖੇਤੀ ਨੂੰ ਲੈ ਕੇ ਵੀ ਕਾਫੀ ਫੈਸਲੇ ਲਏ ਗਏ ਨੇ। ਨਹਿਰੀ ਪਾਣੀ ਹੈ ਜਿਹੜਾ ਉਹ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਹਿਰੀ ਪਾਣੀ ਖੋਲ੍ਹ ਦਿਆਂਗੇ, ਨਹਿਰਾਂ ਦੇ ਵਿੱਚ ਪਾਣੀ ਆ ਜਾਏਗਾ ਤੇ ਬਾਸਮਤੀ ਵੱਲ ਉਤਸ਼ਾਹਿਤ ਹੋਣ ਕਿਸਾਨ, ਇਹ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਤੇ ਉਹਨਾਂ ਨੇ ਜ਼ਿਕਰ ਕੀਤਾ ਹੈ ਜਿਹੜੀ ਕਿਸਾਨ ਸਰਕਾਰ ਮਿਲਣੀ PIU ਦੇ ਵਿੱਚ ਕੀਤੀ ਗਈ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ, ਉਹਦਾ ਵੀ ਅੱਜ ਜ਼ਿਕਰ ਕੀਤਾ ਗਿਆ। ਪਰ ਕਾਂਗਰਸ ਨੇ ਵਾਕਆਊਟ ਕੀਤਾ, ਕਾਂਗਰਸ ਨੇ ਕੱਲ ਵੀ ਵਾਕਆਊਟ ਕੀਤਾ ਸੀ ਤੇ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਉਮਰ ਦੇ ਵਿੱਚ ਵੀ ਸੀਨੀਅਰ ਨੇ, ਰੁਤਬੇ ਦੇ ਵਿੱਚ ਵੀ ਸੀਨੀਅਰ ਨੇ, ਸਿਆਸਤ ਦੇ ਵਿੱਚ ਵੀ ਕਾਫੀ ਸੀਨੀਅਰ ਨੇ ਤਾਂ ਇਸ ਕਰਕੇ ਮਾਨ ਸਾਹਿਬ ਨੇ ਜੋ ਕੁਝ ਕਿਹਾ ਉਹਦੇ ਉੱਤੇ ਮਾਫੀ ਮੰਗਣੀ ਚਾਹੀਦੀ ਹੈ। ਪਰ ਮਾਨ ਸਾਹਿਬ ਨੇ ਅਜੇ ਤੱਕ ਮਾਫੀ ਨਹੀਂ ਮੰਗੀ। ਹੁਣ ਕੱਲ ਜਿਹੜਾ ਦੁਬਾਰਾ ਹੰਗਾਮਾ ਹੋਏਗਾ ਜਾਂ ਫਿਰ ਸਦਨ ਦੀ ਕਾਰਵਾਈ ਸਹੀ ਚੱਲੇਗੀ ਇਹ ਆਪਾਂ ਦੇਖਾਂਗੇ ਜੀ। ਸੰਧੂ ਸਾਹਿਬ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੱਲੋਂ ਵਿਧਾਨ ਸਭਾ ਦੇ ਬਾਹਰ ਧਰਨਾ ਦਿੱਤਾ ਗਿਆ। ਉਹਨਾਂ ਵੱਲੋਂ ਕਿਹਾ ਕਿ ਸਾਡੇ ਪੁੱਤਰ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਬਿਲਕੁਲ ਬਲਵਿੰਦਰ, ਇੱਕ ਪਾਸੇ ਤਾਂ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੋਇਆ ਜੀ ਉਹਦੀ ਜਾਂਚ ਚੱਲ ਰਹੀ ਹੈ, ਦੂਜੇ ਪਾਸੇ ਉਹਦੇ ਕਤਲ ਦੇ ਵਿੱਚ ਜਿਹੜੇ ਨਾਮਜ਼ਦ ਗੈਂਗਸਟਰ ਸੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਬੰਦ ਸੀ ਉਹ ਆਪਸ ਦੇ ਵਿੱਚ ਭਿੜਦੇ ਨੇ ਤੇ ਦੋ ਗੈਂਗਸਟਰਾਂ ਦੀ ਇਹਦੇ ਵਿੱਚ ਜਾਨ ਚਲੀ ਜਾਂਦੀ ਹੈ। ਉਸ ਤੋਂ ਬਾਅਦ ਕਾਫੀ ਘਟਨਾਕ੍ਰਮ ਹੁੰਦਾ ਹੈ, ਅਧਿਕਾਰੀ ਮੁਅੱਤਲ ਵੀ ਕੀਤੇ ਜਾਂਦੇ ਨੇ, ਗ੍ਰਿਫਤਾਰ ਕੀਤੇ ਜਾਂਦੇ ਨੇ, ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤੇ ਸਿੱਧੂ ਮੂਸੇਵਾਲਾ ਦੇ ਜੇਕਰ ਤੁਸੀਂ ਪਿਤਾ ਦੇ ਪੁਰਾਣੇ ਬਿਆਨ ਸੁਣੋ ਤਾਂ ਉਹਦੇ ਵਿੱਚੋਂ ਅਕਸਰ ਕਹਿੰਦੇ ਨੇ ਕਿ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਨੂੰ ਪੂਰੀ ਸ਼ਹਿ ਦਿੱਤੀ ਜਾਂਦੀ ਹੈ, ਆਰਾਮ ਕਰਦੇ ਨੇ ਗੈਂਗਸਟਰ, ਮੋਬਾਈਲ ਵਰਤਦੇ ਨੇ, ਸਾਰੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਉਹ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਉੱਥੇ ਗੈਂਗਸਟਰ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਨੇ। ਤੇ ਜਿਹੜੀਆਂ ਦੋ ਮੌਤਾਂ ਹੋਈਆਂ ਨੇ ਗੈਂਗਸਟਰਾਂ ਦੀਆਂ ਉਹਨਾਂ ਦੇ ਉੱਤੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਹੋਣਾ ਦਾ ਕਹਿਣਾ ਹੈ ਕਿ ਜਿਹੜੀਆਂ ਮਹੱਤਵਪੂਰਨ ਗਵਾਹੀਆਂ ਨੇ, ਗਵਾਹ ਨੇ, ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ, ਕੇਸ ਨੂੰ ਦੱਬਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਕਹਿੰਦੇ ਜਦੋਂ ਮੇਰੀ ਸੁਣਵਾਈ ਨਹੀਂ ਹੋਈ ਤਾਂ ਮੈਨੂੰ ਇਹੀ ਰਸਤਾ ਲੱਭਿਆ ਕਿ ਮੈਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਉਹਦੇ ਬਾਹਰ ਬੈਠ ਕੇ ਆਪਣੇ ਹੱਕ ਦੇ ਲਈ ਆਵਾਜ਼ ਬੁਲੰਦ ਕਰਾਂ ਤਾਂ ਜੋ ਉਹਨਾਂ ਦੇ ਪੁੱਤਰ ਨੂੰ ਇਨਸਾਫ ਮਿਲ ਸਕੇ। ਤੇ ਉਹ ਸਿੱਧੇ ਕਹਿੰਦੇ ਕੋਈ
ਛੋਟੇ-ਮੋਟੇ ਬੰਦੇ ਦਾ ਕਤਲ ਨਹੀਂ ਹੋਇਆ ਜੀ। ਇੱਕ ਵੱਡੀ ਪਰਸਨੈਲਿਟੀ ਸੀ, ਪੂਰੀ ਦੁਨੀਆ ਦੇ 7-8 ਬੰਦਿਆਂ ਦੇ ਵਿੱਚ, ਗਾਇਕਾਂ ਦੇ ਵਿੱਚ ਉਹਦਾ ਨਾਮ ਆਉਂਦਾ ਸੀ। ਤੇ ਮਾਤਾ ਚਰਨ ਕੌਰ ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜੇ ਸ਼ੂਟਰ ਨੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਤੇ ਪਹਿਲਾਂ ਉਹਨਾਂ ਨੇ ਉੱਥੇ ਧਰਨੇ ਦੇ ਵਿੱਚ ਐਲਾਨ ਕਰਤਾ ਸੀਗਾ ਕਿ ਜਦੋਂ ਤੱਕ ਸਾਡੀ ਗੱਲ ਨਹੀਂ ਮੰਨੀ ਜਾਂਦੀ, ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਅਸੀਂ ਸਦਨ ਦੇ ਵਿੱਚ ਰੋਜ਼ਾਨਾ ਆਵਾਂਗੇ, ਰੋਜ਼ਾਨਾ ਉੱਥੇ ਧਰਨਾ ਪ੍ਰਦਰਸ਼ਨ ਕਰਾਂਗੇ ਜੀ। ਪਰ ਮੌਕਾ ਸਾਂਭਿਆ ਕੁਲਦੀਪ ਸਿੰਘ ਧਾਲੀਵਾਲ ਨੇ, ਜੀ। ਜੋ ਪੰਜਾਬ ਦੇ ਮੰਤਰੀ ਨੇ। ਉਹਨਾਂ ਨੇ ਮੌਕਾ ਸਾਂਭਦੇ ਹੋਏ ਕਿਹਾ ਵੀ ਤੁਸੀਂ ਧਰਨੇ ਨਾ ਲਾਓ, ਧਰਨੇ ਲਾਉਣ ਨਾਲ ਨਹੀਂ, ਤੁਸੀਂ ਮਾਨ ਸਾਹਿਬ ਨਾਲ ਸਿੱਧੀ ਗੱਲ ਕਰੋ, 20 ਤਰੀਕ ਤੋਂ ਬਾਅਦ ਤੁਹਾਡੀ ਗੱਲਬਾਤ ਕਰਵਾ ਦੇਵਾਂਗੇ। ਜੀ। ਸਾਡਾ ਵੀ ਪੁੱਤਰ ਸੀਗਾ, ਸਾਨੂੰ ਵੀ ਪਤਾ ਹੈ, ਅਸੀਂ ਜਾਂਚ ਕਰ ਰਹੇ ਹਾਂ। ਹੁਣ ਤੱਕ 29 ਵਿਅਕਤੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ, 2 ਦਾ ਐਨਕਾਊਂਟਰ ਹੋ ਚੁੱਕਿਆ ਤੇ ਜਿਹੜੇ 4-5 ਬਾਕੀ ਨੇ ਵਿਦੇਸ਼ਾਂ ਦੇ ਵਿੱਚ ਨੇ, ਉਹਨਾਂ ਨੂੰ ਵੀ ਅਸੀਂ ਜਲਦੀ ਫੜ ਕੇ ਪੰਜਾਬ ਲਿਆਵਾਂਗੇ, ਤੁਹਾਨੂੰ ਇਨਸਾਫ ਮਿਲੇਗਾ। ਪਰ ਬਲਕੌਰ ਸਿੰਘ ਹੋਰੀ ਇਹ ਕਹਿੰਦੇ ਨੇ, ਕਹਿੰਦੇ ਕਿ ਧਰਨੇ ਲਾਉਣ ਦੀ ਮਤਲਬ ਮੈਨੂੰ ਲੋੜ ਪੈਂਦੀ ਹੈ ਜਦੋਂ ਮੇਰੀ ਕਿਤੇ ਵੀ ਗੱਲ ਨਹੀਂ ਮੰਨੀ ਜਾਂਦੀ, ਤੇ ਮੈਂ ਤੁਹਾਨੂੰ ਗਰੰਟੀ ਨਹੀਂ ਦਿੰਦਾ ਵੀ ਮੈਂ ਧਰਨਾ ਨਹੀਂ ਲਾਉਂਗਾ। ਪਰ ਫਿਲਹਾਲ ਸਰਕਾਰ ਦੇ ਕੁਲਦੀਪ ਸਿੰਘ ਧਾਲੀਵਾਲ ਦੇ ਭਰੋਸੇ ਤੋਂ ਬਾਅਦ ਉਹਨਾਂ ਨੇ ਧਰਨਾ ਉੱਥੋਂ ਚੁੱਕ ਦਿੱਤਾ। ਤੇ ਇਸ ਧਰਨੇ ਦੀ ਖਾਸੀਅਤ ਇਹ ਰਹੀ, ਜਿਹੜੇ ਸਿੱਧੂ ਮੂਸੇਵਾਲਾ ਦੇ ਮਾਤਾ ਨੇ ਚਰਨ ਕੌਰ ਜੀ, ਉਹ ਕਾਂਗਰਸੀ ਆਗੂ ਨੇ, ਕਾਂਗਰਸੀ ਸਰਪੰਚ ਵੀ ਨੇ ਜੀ। ਤਾਂ ਕਾਂਗਰਸ ਵੀ ਉਹਨਾਂ ਦੇ ਹੱਕ ਦੇ ਵਿੱਚ ਆਈ। ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਹੋਰ ਵੀ ਲੀਡਰ ਜਿਹੜੇ ਸੀਗੇ ਉਸ ਧਰਨੇ ਦੇ ਵਿੱਚ ਬੈਠ ਗਏ ਤੇ ਸਵੇਰੇ ਸਦਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਹੰਗਾਮਾ ਸ਼ੁਰੂ ਹੋ ਗਿਆ ਸੀ। ਤੇ ਉਹਨਾਂ ਵੱਲੋਂ ਸੀਬੀਆਈ ਦੀ ਜਾਂਚ ਵੀ ਕਹੀ ਗਈ ਸੀ ਵੀ ਸੀਬੀਆਈ ਦੀ ਜਾਂਚ ਕੀਤੀ ਜਾਏ, ਪੰਜਾਬ ਨਹੀਂ ਚੰਗੀ ਤਰ੍ਹਾਂ ਜਾਂਚ ਕਰ ਰਿਹਾ ਸੀ। ਬਿਲਕੁਲ, ਕਿਉਂਕਿ ਜਾਂਚ ਇਸ ਤਰ੍ਹਾਂ ਹੈ ਬਲਵਿੰਦਰ, ਵੱਖ-ਵੱਖ ਜੇਲ੍ਹਾਂ ਦੇ ਵਿੱਚ ਗੈਂਗਸਟਰ ਬੰਦ ਨੇ, ਟ੍ਰਾਇਲ ਚੱਲ ਰਹੇ ਨੇ, ਐਨਕਾਊਂਟਰ ਤੱਕ ਹੋ ਚੁੱਕੇ ਨੇ ਤੇ ਲਗਾਤਾਰ ਕਾਨਫਰੰਸਿਸ ਕੀਤੀਆਂ ਜਾ ਰਹੀਆਂ ਨੇ, ਪੁਲਿਸ ਵੱਲੋਂ ਵੀ, ਸਰਕਾਰ ਵੱਲੋਂ ਵੀ, ਪਰ ਅਜੇ ਤੱਕ ਜਾਂਚ ਕਿਸੇ ਵੀ ਪਾਸੇ ਨਹੀਂ ਲੱਗੀ ਜੀ। ਇਸ ਕਰਕੇ ਸਿੱਧੂ ਮੂਸੇਵਾਲਾ ਦੇ ਪਿਤਾ ਐਤਵਾਰ ਨੂੰ ਵੀ ਸੰਬੋਧਨ ਕਰਦੇ ਨੇ। ਐਤਵਾਰ ਨੂੰ ਉਹਨਾਂ ਦੇ ਪਿੰਡ ਮੂਸਾ ਦੇ ਵਿੱਚ ਵੱਡੀ ਗਿਣਤੀ 'ਚ ਉਹਨਾਂ ਦੇ ਪ੍ਰਸ਼ੰਸਕ ਪਹੁੰਚਦੇ ਨੇ ਸਿੱਧੂ ਮੂਸੇਵਾਲਾ ਦੇ, ਤਾਂ ਉਦੋਂ ਵੀ ਉਹ ਆਏ ਐਤਵਾਰ ਸੰਬੋਧਨ ਕਰਦੇ ਨੇ ਤੇ ਕੋਈ ਨਾ ਕੋਈ ਵੱਡਾ ਫੈਸਲਾ ਜਾਂ ਐਲਾਨ ਉੱਥੇ ਕਰ ਦਿੰਦੇ ਨੇ। ਜੀ, ਮਾਨਸਾ ਦੇ ਐਸਐਸਪੀ ਨਾਨਕ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ, ਜਿਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਬਲਕੌਰ ਸਿੰਘ ਨੂੰ ਜਿਹੜਾ ਬੰਦਾ ਧਮਕੀ ਦੇ ਰਿਹਾ ਸੀਗਾ, ਵਿਦਿਆਰਥੀ 10ਵੀਂ ਕਲਾਸ ਦਾ ਵਿਦਿਆਰਥੀ ਹੈ, 14 ਸਾਲ ਉਹਦੀ ਉਮਰ ਹੈ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਬਿਲਕੁਲ ਬਲਵਿੰਦਰ, ਬੀਤੇ ਦਿਨਾਂ ਦੇ ਦੌਰਾਨ ਈਮੇਲ ਦੇ ਜ਼ਰੀਏ ਬਲਕੌਰ ਸਿੰਘ ਨੂੰ ਕਾਫੀ ਧਮਕੀਆਂ ਆਈਆਂ ਸੀ ਜੀ। ਜਦੋਂ ਇਹਦੀ ਜਾਂਚ ਪੜਤਾਲ ਕੀਤੀ ਗਈ ਤਾਂ ਧਮਕੀਆਂ ਦੇਣ ਵਾਲਾ ਇੱਕ 10ਵੀਂ ਜਮਾਤ ਦਾ ਵਿਦਿਆਰਥੀ ਨਿਕਲਿਆ ਜੀ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ। ਤੇ ਅੱਜ ਮਾਨਸਾ ਦੇ ਐਸਐਸਪੀ ਨਾਨਕ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਸੀਂ ਮੁੱਢਲੀ ਜਾਂਚ ਦੇ ਵਿੱਚ ਇਹ ਪਾਇਆ ਹੈ ਕਿ ਇਸ ਬੱਚੇ ਦਾ ਕਿਸੇ ਵੀ ਗੈਂਗ ਦੇ ਨਾਲ, ਕਿਸੇ ਵੀ ਗੈਂਗਸਟਰ ਦੇ ਨਾਲ, ਕਿਸੇ ਵੀ ਗਰੋਹ ਦੇ ਨਾਲ ਕੋਈ ਸਬੰਧ ਨਹੀਂ ਜੀ। ਵੈਸੇ ਹੀ ਉਹ ਧਮਕੀਆਂ ਦੇ ਰਿਹਾ ਸੀਗਾ, ਜਿਵੇਂ ਅੱਜ ਕੱਲ੍ਹ ਬੱਚਿਆਂ ਦੇ ਹੱਥ ਦੇ ਵਿੱਚ ਮੋਬਾਈਲ ਹੈ ਤਾਂ ਦਿਮਾਗ ਦੇ ਵਿੱਚ ਜੋ ਆਉਂਦਾ ਉਹੀ ਕਰਦੇ ਨੇ, ਜੀ। ਤਾਂ ਉਹੀ ਉਹਨੇ ਅਪਣਾਇਆ ਤੇ ਉਹਦੇ ਹਿਸਾਬ ਦੇ ਨਾਲ ਧਮਕੀਆਂ ਦੇਤੀਆਂ। ਬਾਕੀ ਜਾਂਚ ਅਜੇ ਚੱਲ ਰਹੀ ਹੈ ਤੇ ਫਿਲਹਾਲ ਉਹ ਬੱਚਾ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਉਹਦੇ ਮਾਪਿਆਂ ਤੋਂ ਵੀ ਪੁੱਛਗਿੱਛ ਹੋ ਰਹੀ ਹੈ। ਜੀ। ਸੋ ਦੂਜੇ ਪਾਸੇ ਸੰਧੂ ਸਾਹਿਬ, ਰਾਜਾ ਵੜਿੰਗ ਵੱਲੋਂ ਅੰਮ੍ਰਿਤਪਾਲ ਦਾ ਇਹ ਮੁੱਦਾ ਚੱਕਿਆ ਗਿਆ ਵੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ, ਕਾਰਵਾਈ ਕੀਤੀ ਜਾਵੇ। ਸੰਦੇ ਦੇ ਵਿੱਚ ਬੜਾ ਹੰਗਾਮਾ ਹੋਇਆ ਅੰਮ੍ਰਿਤਪਾਲ ਸਿੰਘ ਲੈ ਕੇ, ਕਿਵੇਂ ਦੇਖਦੇ ਹੋ ਜੀ? ਬਲਵਿੰਦਰ, ਅੰਮ੍ਰਿਤਪਾਲ ਨੂੰ ਲੈ ਕੇ ਰਾਜਾ ਵੜਿੰਗ ਨੇ ਪਹਿਲੀ ਵਾਰ ਮੁੱਦਾ ਨਹੀਂ ਚੁੱਕਿਆ। ਜੀ। ਇਸ ਤੋਂ ਪਹਿਲਾਂ ਵੀ ਜਦੋਂ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ, ਜਦੋਂ ਉਹ ਅੰਮ੍ਰਿਤ ਛਕ ਲੈਂਦੇ ਨੇ, ਬਾਣੇ ਦੇ ਵਿੱਚ ਆ ਜਾਂਦੇ ਨੇ, ਤਾਂ ਉਸ ਵੇਲੇ ਵੀ ਬਿਆਨ ਦਿੱਤੇ ਗਏ ਤਾਂ ਡੀਜੀਪੀ ਪੰਜਾਬ ਨੂੰ ਰਾਜਾ ਵੜਿੰਗ ਨੇ ਚਿੱਠੀ ਲਿਖੀ ਸੀ। ਜੀ। ਉਸ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਦੇ ਉੱਤੇ ਪੰਜਾਬ ਸਰਕਾਰ, ਪੰਜਾਬ ਪੁਲਿਸ ਨਜ਼ਰ ਰੱਖੇ ਕਿਉਂਕਿ ਨੌਜਵਾਨ ਸਾਡੇ ਗੁੰਮਰਾਹ ਨਾ ਹੋ ਜਾਣ। ਜੀ। ਉਹ ਚਿੱਠੀ ਸੀ, ਚਿੱਠੀ ਦਾ ਜਵਾਬ ਨਹੀਂ ਆਇਆ, ਵੱਖਰੀ ਗੱਲ ਹੈ, ਪਰ ਚਿੱਠੀ ਤਾਂ ਹੀ ਆਪਣੀ ਜਿਹੜੀ ਗੱਲ ਉਹਨਾਂ ਨੇ ਪ੍ਰਸ਼ਾਸਨ ਤੱਕ ਪਹੁੰਚਾ ਦਿੱਤੀ ਸੀ। ਤੇ ਅਜਨਾਲਾ ਦੇ ਵਿੱਚ ਜੋ ਕੁਝ ਵਾਪਰਿਆ, ਥਾਣੇ ਦੇ ਬਾਹਰ ਹਿੰਸਾ ਹੋਈ, ਝੜਪ ਹੋਈ, ਪੁਲਿਸ ਵਾਲਿਆਂ ਦੇ ਸੱਟਾਂ ਲੱਗੀਆਂ, ਕਈ ਸਮਰਥਕ ਜ਼ਖਮੀ ਹੋਏ ਤੇ ਜਿਹਦੇ ਵਿੱਚ ਸਮਰਥਕਾਂ ਦੇ ਉੱਤੇ ਵੱਡੇ ਸਵਾਲ ਇਹ ਖੜੇ ਹੋਏ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਜਿੰਨੇ ਵੀ ਸਮਰਥਕ ਨੇ, ਜ਼ਿਆਦਾਤਰ ਦੇ ਕੋਲ ਹਥਿਆਰ ਨੇ, ਲਾਇਸੈਂਸੀ ਹਥਿਆਰ ਨੇ, ਪਰ ਉਹਨਾਂ ਹਥਿਆਰਾਂ ਦੇ ਜਿਹੜੇ ਵੱਧ ਰੌਂਦ ਰੱਖੇ ਹੋਏ ਨੇ, ਜਿੰਨੇ ਕੁ ਲਿਮਿਟ ਹੁੰਦੀ ਹੈ ਉਦੋਂ ਵੱਧ ਰੱਖੇ ਨੇ। ਤੇ ਹੁਣ ਇਹ ਵੀ ਵੱਡੀ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਜਿਹਦੀ ਪੁਸ਼ਟੀ ਅਸੀਂ ਕਰ ਦਿਆਂਗੇ ਜਦੋਂ ਪੂਰੀ ਅਪਡੇਟ ਆ ਜਾਏਗੀ ਆਪਣੇ ਕੋਲ। ਉਹਦੇ ਵਿੱਚ ਇਹ ਹੈ ਕਿ ਜਿਹੜੇ ਲਾਇਸੈਂਸੀ ਹਥਿਆਰ ਨੇ ਉਹ ਰਿਵਿਊ ਹੋ ਚੁੱਕੇ ਨੇ ਤੇ ਕਈ ਹਥਿਆਰਾਂ ਜਿਹੜੇ ਨੇ ਲਾਇਸੈਂਸ ਤੋਂ ਕੈਂਸਲ ਵੀ ਹੋ ਚੁੱਕੇ ਨੇ। 9 ਦੇ ਕਰੀਬ ਹਥਿਆਰਾਂ ਦੇ ਲਾਇਸੈਂਸ ਭਾਈ ਅੰਮ੍ਰਿਤਪਾਲ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਰੱਦ ਹੋ ਚੁੱਕੇ ਨੇ ਤੇ ਵੱਡੇ ਸਵਾਲ ਕਈ ਖੜੇ ਹੋਏ ਨੇ। ਤੇ ਹੁਣ ਇੱਕ ਵਾਰ ਫਿਰ ਰਾਜਾ ਵੜਿੰਗ ਨੇ ਵਿਧਾਨ ਸਭਾ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਚੁੱਕਿਆ ਹੈ। ਉਹ ਕਹਿੰਦੇ ਨੇ ਕਿ ਗ੍ਰਿਫਤਾਰ ਕੀਤਾ ਜਾਵੇ ਅੰਮ੍ਰਿਤਪਾਲ ਸਿੰਘ ਨੂੰ। ਕਹਿੰਦੇ ਕਿ ਇਹਦੇ ਸਬੰਧ ਏਜੰਸੀਆਂ ਦੇ ਨਾਲ ਹੋ ਸਕਦੇ ਨੇ, ਪਾਕਿਸਤਾਨ ਦੇ ਨਾਲ ਸਬੰਧ ਹੋ ਸਕਦੇ ਨੇ, ਪਰ ਪਾਕਿਸਤਾਨ ਨਾਲ ਸਬੰਧਾਂ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਪਿਛਲੀ ਵਾਰੀ ਬਿਆਨ ਦਿੱਤਾ ਸੀਗਾ। ਉਹ ਕਹਿੰਦੇ ਕਿ ਪਾਕਿਸਤਾਨ ਦੇ ਹਾਲਾਤ ਤਾਂ ਆਪ ਮਾੜੇ ਨੇ, ਜੀ। ਜੇਕਰ ਉਹ ਮੈਨੂੰ ਫੰਡਿੰਗ ਕਰਦੇ ਹੁੰਦੇ ਤਾਂ ਉਹਨਾਂ ਕੋਲ ਪੈਸਾ ਕਿੱਥੋਂ ਆਉਂਦਾ ਜੀ।
ਤਾਂ ਉਹਨਾਂ ਨੇ ਆਪਣੇ ਦੇ ਉੱਤੇ ਲੱਗੇ ਜਿਹੜੇ ਇਲਜ਼ਾਮ ਸੀ ਉਹਨਾਂ ਨੂੰ ਬੇਬੁਨਿਆਦ ਦੱਸਿਆ ਸੀ। ਤੇ ਹੁਣ ਇੱਕ ਵਾਰ ਫਿਰ ਉਹ ਕਹਿੰਦੇ ਨੇ ਕਿ ਜਿਹੜੀਆਂ ਏਜੰਸੀਆਂ ਨੇ, ਰਾਜਾ ਵੜਿੰਗ ਕਹਿੰਦੇ ਨੇ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ। ਕੁਝ ਲੋਕ ਨੇ ਇਹ ਵੀ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਲੱਗ ਜਾਵੇ, ਰਾਸ਼ਟਰਪਤੀ ਸ਼ਾਸਨ ਲਾਗੂ ਹੋ ਜਾਵੇ ਤੇ ਸਰਕਾਰ ਇੱਕ ਪਾਸੇ ਹੋ ਜਾਵੇ। ਪਰ ਕਹਿੰਦੇ ਅਸੀਂ ਸਾਰੇ ਰਲ ਮਿਲ ਕੇ ਇਹਦੇ ਬਾਰੇ ਕੁਝ ਨਹੀਂ ਹੋਣ ਦਿਆਂਗੇ। ਤੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਵੀ ਗੱਲ ਕੀਤੀ ਆ। ਉਹ ਕਹਿੰਦੇ ਨੇ ਜੀ ਬੜੀ ਖੁਸ਼ੀ ਹੁੰਦੀ ਹੈ ਕਿ ਇੱਕ ਆਮ ਘਰ ਦਾ ਵਿਅਕਤੀ ਜਿਹੜਾ ਪੋਲੀਟੀਕਲ ਨਾਲ ਕੋਈ ਉਹਦਾ ਪੋਲਿਟਿਕਸ ਨਾਲ ਲੈਣ ਦੇਣ ਨਹੀਂ ਸੀ, ਉਹ ਮੁੱਖ ਮੰਤਰੀ ਦੇ ਅਹੁਦੇ ਉੱਤੇ ਵਿਰਾਜਮਾਨ ਹੋਇਆ। ਕਹਿੰਦੇ ਪਰ ਅਸੀਂ ਮੁੱਦਿਆਂ ਨੂੰ ਲੈ ਕੇ ਇਹਨਾਂ ਨੂੰ ਘੇਰਦੇ ਜ਼ਰੂਰ ਰਹਾਂਗੇ ਤੇ ਅਮਰਤਪਾਲ ਦੀ ਜਿਹੜੀ ਕਾਰਗੁਜ਼ਾਰੀ ਆ, ਕਾਰਵਾਈ ਆ, ਉਹਦੇ ਉੱਤੇ ਜ਼ਰੂਰ ਨਜ਼ਰ ਰੱਖਣੀ ਚਾਹੀਦੀ। ਸੋ ਦੂਜੇ ਪਾਸੇ ਸਦਨ ਦੇ ਵਿੱਚ ਮੰਤਰੀ ਮੀਤ ਹੇਰ ਵੱਲੋਂ ਸਰਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਆਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਨੂੰ। ਬਿਲਕੁਲ ਬਲਵਿੰਦਰ, ਉਹਨਾਂ ਅਧਿਕਾਰੀਆਂ ਵਾਸਤੇ ਇਹ ਆਦੇਸ਼ ਜਾਰੀ ਕੀਤੇ ਗਏ ਨੇ ਜਿਹੜੇ ਅਧਿਕਾਰੀ ਸਟੇਸ਼ਨ ਕੋਈ ਅਲਾਟ ਆ ਤਾਂ ਕੀ ਕਰਦੇ ਨੇ ਕਿ ਸ਼ਾਮ ਵੇਲੇ ਉਸ ਸਟੇਸ਼ਨ ਨੂੰ ਛੱਡ ਕੇ ਆਪਣੇ ਘਰਾਂ ਨੂੰ ਪਰਤ ਜਾਂਦੇ ਨੇ। ਮੰਨ ਲਓ ਕਿਸੇ ਦੀ ਲੁਧਿਆਣੇ ਪੋਸਟਿੰਗ ਆ, ਲੁਧਿਆਣੇ ਰਹਿਣ ਵਾਲਾ, ਉਹ ਚੰਡੀਗੜ੍ਹ ਦਾ ਹੈ, ਸ਼ਾਮ ਨੂੰ ਸ਼ਿਫਟ ਖਤਮ ਹੋਈ ਤਾਂ ਆਪਣਾ ਚੰਡੀਗੜ੍ਹ ਮੁੜ ਗਿਆ ਤੇ ਚੰਡੀਗੜ੍ਹ ਤੋਂ ਜਦੋਂ ਸਵੇਰੇ ਪਹੁੰਚਣਾ ਹੈ ਤਾਂ ਉਦੋਂ ਸੁਭਾਵਿਕ ਆ ਕਿ ਦੇਰੀ ਹੋਊਗੀ, ਸਫ਼ਰ ਵੀ ਲੰਮਾ ਹੁੰਦਾ ਹੈ। ਤਾਂ ਉਹ ਜਿਹੜਾ ਇਹ ਮਾਮਲਾ, ਇਸ ਮਾਮਲੇ ਨੂੰ ਲੈ ਕੇ ਦਿਨੇਸ਼ ਚੱਡਾ ਨੇ, ਰੋਪੜ ਤੋਂ ਵਿਧਾਇਕ ਨੇ, ਇਹਨਾਂ ਨੇ ਇਹ ਧਿਆਨ ਦਿਵਾਊ ਮਤਾ ਲਿਆਂਦਾ ਸੀ ਕਿ ਅਫਸਰ ਨਹੀਂ ਮਿਲਦੇ ਸੀਟ ਦੇ ਉੱਤੇ, ਲੋਕਾਂ ਦੇ ਕੰਮਕਾਜ ਕਾਫੀ ਪ੍ਰਭਾਵਿਤ ਹੋ ਜਾਂਦੇ ਨੇ, ਇਸ ਕਰਕੇ ਇਹਦੇ ਉੱਤੇ ਚਰਚਾ ਕੀਤੀ ਜਾਵੇ। ਤਾਂ ਇਹਦੀ ਤਾਰੀਫ ਵੀ ਮੀਤ ਹੇਰ ਵੱਲੋਂ ਕੀਤੀ ਗਈ ਹੈ। ਉਹ ਕਹਿੰਦੇ ਨੇ ਕਿ ਅਜਿਹਾ ਮਤਾ ਲਿਆਉਣਾ ਬੜਾ ਚੰਗਾ ਸ਼ਗਨ ਆ ਵਿਧਾਨ ਸਭਾ ਦੇ ਵਿੱਚ, ਕਿਉਂਕਿ ਲੋਕਾਂ ਦੀ ਸਰਕਾਰ, ਲੋਕਾਂ ਦੇ ਦੁਆਰ, ਇਹ ਸਾਡਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਹਿੰਦੇ ਨਾਰਾ ਵੀ ਹੈ। ਤਾਂ ਇਸ ਕਰਕੇ ਇਹ ਬੜਾ ਸਾਨੂੰ ਕਹਿੰਦੇ ਵਧੀਆ ਲੱਗਿਆ ਹੈ ਕਿ ਉਪਰਾਲਾ ਤੇ ਹੁਣ ਆਦੇਸ਼ ਜਾਰੀ ਹੋ ਗਏ ਨੇ ਕਿ ਜਿਹੜੇ ਅਫਸਰ ਜਾਂ ਮੁਲਾਜ਼ਮ ਆਪਣਾ ਸਟੇਸ਼ਨ ਛੱਡ ਦਿੰਦੇ ਨੇ, ਉਹ ਸਮਰੱਥ ਅਧਿਕਾਰੀ ਜਿਹੜਾ ਇੰਚਾਰਜ ਅਧਿਕਾਰੀ ਆ ਉੱਥੇ ਮੌਜੂਦ ਆ ਜ਼ਿੰਮੇਵਾਰ, ਉਹਦੀ ਆਗਿਆ ਤੋਂ ਬਿਨਾ ਆਪਣਾ ਸਟੇਸ਼ਨ ਨਹੀਂ ਛੱਡਣਗੇ। ਜਿਹੜੀ ਹੁਣ ਜਲੰਧਰ ਦੇ ਵਿੱਚ ਜੌਬ ਆ ਤਾਂ ਜਲੰਧਰ 'ਚ ਹੀ ਸਟੇ ਕਰੂਗਾ, ਨਾ ਕਿ ਵਾਪਸ ਆਪਣੇ ਘਰੇ ਆਪਣੇ ਬੱਚਿਆਂ ਦੇ ਕੋਲ ਪਰਤ ਆਊਗਾ। ਹਾਲਾਂਕਿ ਛੁੱਟੀ ਹੋਊਗੀ ਤਾਂ ਉਦੋਂ ਜਾਣਾ ਠੀਕ ਹੈ, ਪਰ ਇਹ ਆਦੇਸ਼ ਹੁਣ ਜਾਰੀ ਹੋ ਚੁੱਕੇ ਨੇ। ਸੋ ਦੂਜੇ ਪਾਸੇ ਪਰਲ ਕੰਪਨੀ ਦੇ ਉੱਤੇ ਬੜੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਪਰਲ ਕੰਪਨੀ ਦੇ ਡਾਇਰੈਕਟਰ ਹਰਚੰਦ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਬਿਲਕੁਲ, ਪਰਲ ਦਾ ਬਲਵਿੰਦਰ ਬੜਾ ਵੱਡਾ ਘੁਟਾਲਾ ਹੋਇਆ ਸੀ। ਲੋਕ ਅਕਸਰ ਕੀ ਕਰਦੇ ਨੇ ਕਿ ਆਪਣੀਆਂ ਜਿਹੜੀਆਂ ਮਿਹਨਤ ਦੀਆਂ ਪੂੰਜੀਆਂ ਹੁੰਦੀਆਂ ਨੇ, ਕਮਾਈ ਹੁੰਦੀ ਹੈ, ਉਹਨੂੰ ਕਿਤੇ ਨਾ ਕਿਤੇ ਇਨਵੈਸਟ ਕਰ ਦਿੰਦੇ ਨੇ ਵੀ ਆਪਣਾ ਜਿਹੜਾ ਮਾੜਾ ਮੋਟਾ ਵਿਆਜ ਲੱਗਦਾ ਰਹੇ। ਬੜੀਆਂ ਇੰਸ਼ੋਰੈਂਸ ਕੰਪਨੀਆਂ ਵੀ ਨੇ ਤੇ ਇਸੇ ਤਰ੍ਹਾਂ ਦੀ ਇੱਕ ਪਰਲ ਕੰਪਨੀ ਸੀ, ਪਰਲ ਗਰੁੱਪ ਸੀ। ਤਾਂ ਪਰਲ ਗਰੁੱਪ ਦੇ ਵਿੱਚ ਲੋਕਾਂ ਨੇ ਬੜਾ ਪੈਸਾ ਇਨਵੈਸਟ ਕਰ ਦਿੱਤਾ ਸੀ, ਜਿਹਦੇ ਵਿੱਚ 60,000 ਕਰੋੜ ਦਾ ਵੱਡਾ ਘਪਲਾ ਸੀ। ਤੇ ਫਿਲਹਾਲ ਜਿਹੜੇ ਇਹਦੇ ਸੰਸਥਾਪਕ ਸੀਗੇ ਉਹਨਾਂ ਨੇ 19 ਫਰਵਰੀ 2014 ਦੇ ਵਿੱਚ ਕਾਫੀ ਜਿਹੜਾ ਹੈ ਗੁੰਮਰਾਹ ਕੀਤਾ ਸੀ, ਇਹ ਵੀ ਇਲਜ਼ਾਮ ਲੱਗੇ ਸੀ ਉਹਨਾਂ ਤੇ। ਤੇ ਹੁਣ ਹਰਚੰਦ ਗਿੱਲ ਨੇ ਗ੍ਰਿਫਤਾਰ ਕੀਤਾ ਗਿਆ। ਇਹਨਾਂ ਨੂੰ ਫਿਜ਼ੀ ਤੋਂ CBI ਲੈ ਕੇ ਆਈ ਹੈ, ਕੇਂਦਰੀ ਜਾਂਚ ਜਿਹੜੀ ਬਿਊਰੋ ਆ ਉਹ ਲੈ ਕੇ ਆਈ ਹੈ। ਤੇ ਇਹਨਾਂ ਨੇ ਕਿਹਾ ਹੈ ਜੀ ਕਿ ਸਾਡਾ ਇੱਕ ਆਪਰੇਸ਼ਨ ਸ਼ੁਰੂ ਕੀਤਾ ਸੀ CBI ਵੱਲੋਂ, ਆਪਰੇਸ਼ਨ ਤ੍ਰਿਸ਼ੂਲ, ਉਹਦੇ ਤਹਿਤ ਹੀ ਉਹਨਾਂ ਨੂੰ ਉੱਥੋਂ ਡਿਪੋਰਟ ਕਰਵਾਇਆ ਗਿਆ ਤੇ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ। ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀ, ਇੱਥੋਂ ਤੱਕ ਕਿ ਪਰਲ ਗਰੁੱਪ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਸੀ ਤੇ ਹੁਣ ਮਾਮਲਾ ਕਾਫੀ ਭੱਗ ਗਿਆ ਸੀ। ਤੇ ਹੁਣ ਇਹਦੇ ਜਿਹੜੇ ਡਾਇਰੈਕਟਰ ਨੇ ਹਰਚੰਦ ਸਿੰਘ ਗਿੱਲ, ਉਹਨਾਂ ਨੂੰ ਫਿਜ਼ੀ ਤੋਂ ਇੱਥੇ ਲਿਆਂਦਾ ਗਿਆ ਹੈ। ਤੇ CBI ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹੁਣ ਤੱਕ ਅਸੀਂ ਇਸ ਆਪਰੇਸ਼ਨ ਤ੍ਰਿਸ਼ੂਲ ਦੇ ਜ਼ਰੀਏ ਹੀ 30 ਭਗੌੜਿਆਂ ਨੂੰ ਸਫਲਤਾਪੂਰਵਕ ਭਾਰਤ ਲਿਆ ਚੁੱਕੇ ਹਾਂ ਤੇ ਉਹਨਾਂ ਦੇ ਵਿੱਚੋਂ ਇਹ ਜਿਹੜੇ ਹਰਚੰਦ ਸਿੰਘ ਗਿੱਲ ਨੇ ਇਹ ਵੀ ਮੌਜੂਦ ਨੇ। ਸੋ ਸੰਧੂ ਸਾਹਿਬ, ਹਰਿਆਣਾ ਦੇ ਵਿੱਚ ਗੈਂਗਸਟਰਾਂ ਦੀਆਂ ਸੰਪਤੀਆਂ ਨੇ ਉਹ ਜ਼ਬਤ ਕਰ ਲਈ ਗਏ ਨੇ, ਕਿਵੇਂ ਦੇਖਦੇ ਹੋ ਤੁਸੀਂ ਇਸ ਮਾਮਲੇ ਨੂੰ ਜੀ? ਬਿਲਕੁਲ ਬਲਵਿੰਦਰ, ਜਦੋਂ ਦਾ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸਿੱਧੂ ਮੂਸੇਵਾਲਾ ਪੰਜਾਬੀ ਗਾਇਕ ਜਿਹਦਾ ਦਿਨ ਦਿਹਾੜੇ 29 ਮਈ ਨੂੰ ਪਿੰਡ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ, ਤਾਂ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ। ਕਈ ਗੈਂਗਸਟਰ ਅਜੇ ਵੀ ਫਰਾਰ ਨੇ ਤੇ ਖਾਸ ਤੌਰ ਦੇ ਉੱਤੇ ਜਿਹੜੇ ਸ਼ੂਟਰ ਸੀ ਉਹ ਹਰਿਆਣੇ ਨਾਲ ਕਾਫੀ ਜੁੜੇ ਹੋਏ ਸੀ, ਜਿਹਦੇ ਵਿੱਚ ਕਈ ਨਾਮ ਅਜਿਹੇ ਸੀਗੇ ਜਿਹੜੇ ਹਰਿਆਣੇ ਤੋਂ ਇੱਥੇ ਆਏ, ਹਰਿਆਣੇ ਦੇ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਬਾਅਦ ਦੇ ਵਿੱਚ ਵੱਖ-ਵੱਖ ਗਰੁੱਪਾਂ ਲਈ ਇਹਨਾਂ ਨੇ ਕੰਮ ਕੀਤਾ ਤੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਵੀ ਨਾਮਜ਼ਦ ਕਰ ਲਏ ਗਏ। ਤੇ ਲਗਾਤਾਰ ਜਿਹੜੀਆਂ ਗੈਂਗਵਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹ ਪੰਜਾਬ 'ਚ ਵੀ ਨੇ ਤੇ ਹਰਿਆਣੇ 'ਚ ਵੀ ਨੇ। ਤੇ ਉਦੋਂ ਤੋਂ ਹੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੀ ਪੁਲਿਸ ਪ੍ਰਸ਼ਾਸਨ, ਸਰਕਾਰਾਂ ਥੋੜ੍ਹੀਆਂ ਜਿਹੀਆਂ ਚੌਕੰਨੀਆਂ ਹੋ ਗਈਆਂ ਸੀ ਤੇ ਜਿੱਥੇ ਵੀ ਕੋਈ ਗੈਂਗਸਟਰ ਦੀ ਸੂਹ ਮਿਲਦੀ ਆ ਉੱਥੇ ਹੀ ਉਹਨਾਂ ਦੇ ਟਿਕਾਣਿਆਂ ਤੇ ਪਹੁੰਚ ਜਾਂਦੀ ਹੈ। ਤੇ NIA ਦੀ ਗੱਲ ਕੀਤੀ ਜਾਵੇ ਤਾਂ NIA ਕਾਫੀ ਐਕਟਿਵ ਏਜੰਸੀ ਹੈ ਉਹਨਾਂ ਨੇ ਵੀ ਕਾਫੀ ਕੰਮ ਕੀਤਾ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਿਵੇਂ ਜੱਗੂ ਭਗਵਾਨਪੁਰੀਆ ਹੋ ਗਿਆ ਜਾਂ ਬਿਸ਼ਨੋਈ ਨਾਲ ਸੰਬੰਧਿਤ ਟਿਕਾਣੇ ਨੇ,
ਉਹਨਾਂ ਦੇ ਸਮੇਂ-ਸਮੇਂ ਦੇ ਉੱਤੇ ਛਾਪੇਮਾਰੀ ਹੁੰਦੀ ਰਹਿੰਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹਨਾਂ ਦੇ ਕੀ ਨੈਕਸਸ ਨੇ, ਕਿੱਥੋਂ ਤੱਕ ਇਹਨਾਂ ਨੇ ਜਾਲ ਵਿਛਾਏ ਹੋਏ ਨੇ। ਤੇ ਹਰਿਆਣਾ ਦੇ ਵਿੱਚ ਹੁਣ NIA ਨੇ ਸੰਪत्तियां ਜਾਇਦਾਦਾਂ ਜ਼ਬਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਗੈਂਗਸਟਰਾਂ ਦੇ ਨਾਲ ਸੰਬੰਧਿਤ ਲੋਕਾਂ ਦੀਆਂ, ਉਹਨਾਂ ਦੇ ਸਾਥੀਆਂ ਦੀਆਂ। ਤੇ ਸੋਨੀਪਤ ਦੇ ਗੈਂਗਸਟਰ ਰਾਜੂ ਬਸੋਟੀ ਦਾ ਇੱਕ ਸਾਥੀ ਹੈ ਜੀ, ਉਹਦੀ ਵੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਤੇ ਉਹਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਹੋਏ ਨੇ ਉਹ ਇਹ ਨੇ ਕਿ ਬਿਸ਼ਨੋਈ ਗੈਂਗ ਦੇ ਨਾਲ ਉਹ ਮਿਲਿਆ ਹੋਇਆ ਸੀ, ਉਹਨਾਂ ਲਈ ਫੰਡਿੰਗ ਕਰਦਾ ਸੀ ਤੇ ਨਾਮ ਆ ਰਾਜੇਸ਼ ਮੋਟਾ। ਤੇ ਇਸ ਤੋਂ ਇਲਾਵਾ ਇੱਕ ਜੱਗਾ ਤਖਤਮਲ ਸੀਗਾ ਸਿਰਸਾ ਦੇ ਵਿੱਚ ਇੱਕ ਗੈਂਗਸਟਰ ਵਾਰ ਹੋਈ ਸੀ ਜਿਹਦੇ ਵਿੱਚ ਇੱਕ ਗੈਂਗਸਟਰ ਦੀ ਜਾਨ ਵੀ ਚਲੀ ਗਈ ਸੀ। ਤਾਂ ਉਸ ਮਾਮਲੇ ਦੇ ਵਿੱਚ ਜੱਗਾ ਤਖਤਮਲ ਨੇ ਜ਼ਿੰਮੇਵਾਰੀ ਲਈ ਸੀ, ਉਹਨੂੰ ਵੀ ਫਿਲਹਾਲ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਹਦੀ ਜਿਹੜੀ ਜਾਇਦਾਦ ਆ ਉਹ ਵੀ ਜ਼ਬਤ ਹੋ ਚੁੱਕੀ ਹੈ। ਤੇ ਲਗਾਤਾਰ ਪੰਜਾਬ ਵੱਲ ਵੀ NIA ਵਧ ਰਹੀ ਹੈ। NIA ਵੱਲੋਂ ਲਗਾਤਾਰ ਸਿੰਗਰਾਂ ਦੇ ਉੱਤੇ, ਗੈਂਗਸਟਰਾਂ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਬੜਤੋੜ ਛਾਪੇਮਾਰੀ ਹੈ ਤਾਂ ਜੋ ਗੈਂਗਸਟਰਾਂ ਦੇ ਨੈਕਸਸ ਨੂੰ ਤੋੜਿਆ ਜਾ ਸਕੇ, ਨਸ਼ੇ ਦੇ ਨੈਕਸਸ ਨੂੰ ਤੋੜਿਆ ਜਾ ਸਕੇ, ਅੱਤਵਾਦ ਦੇ ਨੈਕਸਸ ਨੂੰ ਤੋੜਿਆ ਜਾ ਸਕੇ। ਤੇ ਲਗਾਤਾਰ ਪੁਲਿਸ, NIA ਤੇ ਸਰਕਾਰਾਂ ਗੈਂਗਸਟਰਾਂ ਨੂੰ ਲੈ ਕੇ ਕਾਫੀ ਗੰਭੀਰ ਨੇ। ਗੈਂਗਸਟਰਾਂ ਦੇ ਮੁੱਦਿਆਂ ਦੇ ਉੱਤੇ ਲਗਾਤਾਰ ਵਿਚਾਰ ਹੁੰਦੇ ਨੇ, ਮੀਟਿੰਗਾਂ ਹੁੰਦੀਆਂ ਨੇ, ਕਾਨਫਰੰਸਾਂ ਹੁੰਦੀਆਂ ਨੇ ਤਾਂ ਜੋ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਬੂ ਕੀਤਾ ਜਾ ਸਕੇ। ਸੋ ਦੂਜੇ ਪਾਸੇ ਸੰਧੂ ਸਾਹਿਬ ਦੇਖਣ ਨੂੰ ਆਇਆ ਕਿ ਮੰਤਰੀ ਹਰਜੋਤ ਬੈਂਸ ਵੱਲੋਂ ਇੱਕ ਐਲਾਨ ਕੀਤਾ, ਇੱਕ ਅਧਿਆਪਕਾਂ ਨੂੰ ਕਿਹਾ ਗਿਆ ਹੈ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਤੁਸੀਂ ਐਡਮਿਟ ਕਰਾਓ, ਭਰਤੀ ਕਰਾਇਆ ਜਾਵੇ। ਕਿਵੇਂ ਦੇਖਦੇ ਹੋ ਜੀ? ਬਿਲਕੁਲ ਬਲਵਿੰਦਰ, ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਰੱਖੇ ਜਾਂਦੇ ਨੇ ਉਹਨਾਂ ਨੂੰ ਬੜੀ ਲੰਮੀ ਚੋਣ ਪ੍ਰਕਿਰਿਆ ਚੋਂ ਨਿਕਲਣਾ ਪੈਂਦਾ ਹੈ। ਜਿਵੇਂ ਆਪਣੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੂੰ ਅਧਿਆਪਕ ਬਣਨ ਵਾਸਤੇ ਪੜ੍ਹਾਈ ਕਰਨੀ ਪੈਂਦੀ ਹੈ। BA ਹੋ ਗਈ, B.Ed ਹੋ ਗਈ, MA M.Ed ਹੋ ਗਈ, ਉੱਚੀਆਂ ਪੜ੍ਹਾਈਆਂ ਕਰਨੀਆਂ ਪੈਂਦੀਆਂ ਨੇ। ਫਿਰ ਟੈਟ ਦਾ ਟੈਸਟ ਦੇਣਾ ਪੈਂਦਾ ਹੈ। ਉਸ ਤੋਂ ਬਾਅਦ ਸਕਰੀਨਿੰਗ ਹੁੰਦੀ ਆ, ਪੋਸਟਾਂ ਨਿਕਲਦੀਆਂ ਨੇ। ਮਤਲਬ ਬੜਾ ਲੰਮਾ ਪ੍ਰੋਸੈਸ ਆ ਤੇ ਕਈਆਂ ਥਾਵਾਂ ਦੇ ਉੱਤੇ ਇਹ ਹੁੰਦਾ ਹੈ ਵੀ ਤੁਸੀਂ B.Ed ਵੀ ਕਰ ਲਈ, ਟੈਟ ਵੀ ਕਰ ਲਿਆ, ਸਾਰਾ ਕੁਝ ਕਰ ਲਿਆ, ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਟੈਸਟ ਹੋਊਗਾ। ਉਸ ਟੈਸਟ ਤੋਂ ਬਾਅਦ ਦੇ ਵਿੱਚ ਹੀ ਤੁਹਾਨੂੰ ਕਾਬਲ ਹੋਏ ਤਾਂ ਨੌਕਰੀ ਮਿਲੇਗੀ, ਨਹੀਂ ਤਾਂ ਤੁਹਾਡੀ ਜਿਹੜੀ ਪੜ੍ਹਾਈ ਆ ਉਹ ਇਸੇ ਤਰ੍ਹਾਂ ਰਹਿ ਜਾਏਗੀ। ਤਾਂ ਉਹ ਬੈਂਸ ਸਾਹਿਬ ਦਾ ਸਿੱਧਾ ਸੰਕੇਤ ਹੈ ਵੀ ਜਦੋਂ ਅਸੀਂ ਪੜ੍ਹੇ ਲਿਖੇ ਅਧਿਆਪਕ ਰੱਖਦੇ ਹਾਂ ਤਾਂ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਾਉਣ ਤੋਂ ਕਿਉਂ ਝਿਜਕਦੇ ਹਾਂ। ਤੇ ਪਿੱਛੇ ਜੇ ਕੁਝ ਅਫਸਰਾਂ ਵੱਲੋਂ ਪਹਿਲ ਕਦਮੀ ਕੀਤੀ ਗਈ ਸੀ, ਉਹਨਾਂ ਨੇ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਦੇ ਵਿੱਚ ਕਰਵਾ ਦਿੱਤਾ ਸੀ। ਪਰ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਹਾਲਾਤ ਅਜਿਹੇ ਨੇ ਕਿ ਅਧਿਆਪਕ ਕਈ ਥਾਵਾਂ ਦੇ ਉੱਤੇ ਪੂਰੇ ਨਹੀਂ ਹੈਗੇ, ਜਿੱਥੇ ਅਧਿਆਪਕ ਹੈਗੇ ਨੇ ਉੱਥੇ ਬੱਚੇ ਨਹੀਂ ਹੈਗੇ। ਤੇ ਲਗਾਤਾਰ ਜਿਹੜਾ ਰੁਝਾਨ ਆ ਉਹ ਪ੍ਰਾਈਵੇਟ ਤੇ ਕਨਵੈਂਟ ਸਕੂਲਾਂ ਵੱਲ ਲੋਕਾਂ ਦਾ ਵਧ ਰਿਹਾ ਹੈ। ਲੋਕ ਚਾਹੁੰਦੇ ਨੇ ਕਿ ਸਾਡਾ ਬੱਚਾ ਚੰਗੇ ਸਕੂਲ 'ਚ ਪੜ੍ਹੇ, ਅੰਗਰੇਜ਼ੀ ਬੋਲੇ, ਹਿੰਦੀ ਬੋਲੇ, ਪਰ ਪੰਜਾਬੀ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਜਿਹੜੀ ਗਿਣਤੀ ਲਗਾਤਾਰ ਘਟ ਰਹੀ ਹੈ। ਹਾਲਾਂਕਿ ਕਈ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ। ਸਰਪੰਚਾਂ ਨੇ, NRIs ਨੇ ਜਾਂ ਸਕੂਲ ਦੇ ਅਧਿਆਪਕਾਂ ਨੇ ਖੁਦ ਸਰਕਾਰ ਦੇ ਸਹਿਯੋਗ ਨਾਲ ਸਕੂਲਾਂ ਵਾਸਤੇ ਕੰਮ ਕੀਤਾ, ਪਰ ਉਹ ਨਾਕਾਫੀ ਹੈ। ਲੋਕਾਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਦੇ ਵੱਲ ਨਹੀਂ ਹੋ ਰਿਹਾ, ਜਦਕਿ ਸਰਕਾਰੀ ਸਕੂਲਾਂ ਦੇ ਵਿੱਚ ਕਿਤਾਬਾਂ ਮੁਫਤ ਨੇ, ਵਰਦੀ ਮੁਫਤ ਹੈ, ਮਿਡ ਡੇ ਮੀਲ ਮਿਲਦਾ ਹੈ, ਪਰ ਇਸ ਦੇ ਬਾਵਜੂਦ ਜਿਹੜੇ ਲੋਕ ਨੇ ਉਹ ਅਜੇ ਵੀ ਇਹਨਾਂ ਵੱਲ ਆਕਰਸ਼ਿਤ ਨਹੀਂ ਹੋ ਰਹੇ। ਤੇ ਹੁਣ ਸਕੂਲ ਆਫ ਐਮੀਨੈਂਸ ਵੀ ਸ਼ੁਰੂ ਕੀਤੇ ਜਾ ਰਹੇ ਨੇ, ਜਿਸ 'ਚ ਕਹਿੰਦੇ ਨੇ ਅਸੀਂ ਕੋਰਸਾਂ ਦੀ ਪੜ੍ਹਾਈ ਵੀ ਕਰਾਵਾਂਗੇ, ਜਿਹੜੇ ਅਹੁਦਿਆਂ ਦੇ ਉੱਤੇ ਪਹੁੰਚਣ ਵਾਸਤੇ ਪੜ੍ਹਾਈ, ਉੱਚ ਪੜ੍ਹਾਈਆਂ ਹੁੰਦੀਆਂ ਨੇ ਉਹ ਵੀ ਅਸੀਂ ਕੋਰਸ ਵੀ ਕਰਵਾਵਾਂਗੇ ਨਾਲ। ਪਰ ਉਹਨਾਂ ਨੂੰ ਅਜੇ ਵੀ ਪੂਰਾ ਪ੍ਰੋਪਰ ਹੁੰਗਾਰਾ ਨਹੀਂ ਮਿਲਦਾ ਨਜ਼ਰ ਆ ਰਿਹਾ। ਤਾਂ ਬੈਂਸ ਸਾਹਿਬ ਨੇ ਇਸੇ ਕਰਕੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਦੀ ਅਸੀਂ ਹਾਲਤ ਸੁਧਾਰ ਰਹੇ ਹਾਂ, ਦਿੱਲੀ ਵਾਲਾ ਮਾਡਲ ਲਾਗੂ ਕਰ ਰਹੇ ਹਾਂ, ਪ੍ਰਿੰਸੀਪਲਾਂ ਨੂੰ ਅਸੀਂ ਵਿਸ਼ੇਸ਼ ਟ੍ਰੇਨਿੰਗ ਲਈ ਸਿੰਗਾਪੁਰ ਭੇਜ ਰਹੇ ਹਾਂ ਤਾਂ ਜੋ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਉਹੀ ਪਾਲਿਸੀ ਲਾਗੂ ਕੀਤੀ ਜਾ ਸਕੇ ਜੋ ਬੱਚਿਆਂ ਨੂੰ ਅੱਗੇ ਵਧਣ ਵਾਸਤੇ, ਉਹਨਾਂ ਦੇ ਵਿਕਾਸ ਵਾਸਤੇ ਸਹਾਈ ਸਿੱਧ ਹੋ ਸਕੇ। ਪਰ ਸੰਧੂ ਸਾਹਿਬ, ਤੁਸੀਂ ਟ੍ਰੇਨਿੰਗ ਕਿੰਨਾ ਕੁ ਵਧੀਆ ਦੇਖਦੇ ਹੋ ਵੀ ਪ੍ਰਿੰਸੀਪਲਾਂ ਨੂੰ ਕੀ ਫਰਕ ਲੱਗੂਗਾ, ਜੇ ਕੋਈ ਚੇਂਜ ਦੇਖਣ ਨੂੰ ਮਿਲੂਗਾ ਸਕੂਲਾਂ ਦੇ ਵਿੱਚ ਜੀ? ਦੇਖੋ, ਇਹਦੇ ਉੱਤੇ ਵੀ ਬੜੇ ਸਵਾਲ ਖੜੇ ਹੋਏ ਨੇ। ਅੱਜ ਵਿਧਾਨ ਸਭਾ ਦੇ ਵਿੱਚ ਵੀ ਇਹੀ ਮੁੱਦਾ ਰਿਹਾ ਜਿਹੜਾ ਖਹਿਰਾ ਸਾਹਿਬ ਨੇ ਚੁੱਕਿਆ ਕਿ ਫਾਇਦਾ ਕੀ ਹੋਵੇਗਾ। ਤੇ ਜਿਹੜੇ ਅਧਿਆਪਕ ਵਾਪਸ ਆ ਚੁੱਕੇ ਨੇ ਉਹਨਾਂ ਦੇ ਵੀ ਕਈਆਂ ਦੇ ਪ੍ਰਤੀਕਰਮ ਆ ਗਏ ਨੇ, ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਪਰ ਸਵਾਲ ਇਹੀ ਨੇ ਕਿ ਜੇਕਰ ਸਿੱਖਣ ਨੂੰ ਮਿਲਿਆ ਤਾਂ ਉਹ ਹੋਰਾਂ ਨੂੰ ਕਿਵੇਂ ਦੱਸਣਗੇ। ਤੇ ਪਿੱਛੇ ਜਿਹੜੇ ਲੋਕ ਨੇ, ਸਾਡੇ ਦਰਸ਼ਕ ਨੇ, ਉਹ ਵੀ ਵੱਡੇ ਸਵਾਲ ਖੜੇ ਕਰਦੇ ਹੁੰਦੇ ਨੇ ਕਿ ਜਿਹੜੇ 4-5 ਅਧਿਆਪਕ ਉੱਥੋਂ ਸਿੰਗਾਪੁਰ ਦੇ ਨੇ, ਟ੍ਰੇਨਰ ਨੇ, ਉਹਨਾਂ ਨੂੰ ਕਹਿੰਦੇ ਜੀ 4 ਨੂੰ ਇੱਥੇ ਬੁਲਾਇਆ ਜਾਵੇ ਤਾਂ ਖਰਚਾ ਘਟ ਜਾਵੇਗਾ, ਜਦ ਕਿ ਤੁਸੀਂ 40 ਬੰਦੇ ਉੱਥੇ ਭੇਜ ਰਹੇ ਹੋ, ਉਹਨਾਂ ਦਾ ਖਰਚਾ ਵੱਧ ਜਾਂਦਾ ਹੈ। ਇਸ ਕਰਕੇ ਵੱਡੇ ਸਵਾਲ ਖੜੇ ਹੋਏ ਸੀਗੇ ਕਿ ਜੇਕਰ ਪੰਜਾਬ ਦੀ ਭੂਗੋਲਿਕ ਸਥਿਤੀ ਦੇਖੀ ਜਾਵੇ ਤਾਂ ਹੋਰ ਆ, ਇੱਥੋਂ ਦੇ ਤਰੀਕੇ ਹੋਰ ਨੇ, ਰਹਿਣ ਸਹਿਣ ਹੋਰ ਆ, ਤੇ ਜਿਹੜੀ ਸਿੰਗਾਪੁਰ ਦੀ ਟੈਕਨੀਕ ਆ ਉਹ ਹੋਰ ਆ। ਉਹੀ ਸਵਾਲ ਦਿੱਲੀ ਮਾਡਲ ਤੇ ਪੰਜਾਬ ਮਾਡਲ ਦੇ ਉੱਤੇ ਵੀ ਖੜੇ ਹੋਏ ਸੀ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਹੋਰ ਤਰ੍ਹਾਂ ਦੇ ਨੇ, ਪੰਜਾਬ ਦੇ ਜਿਹੜੀ ਪਾਲਿਸੀ ਆ ਟੀਚਿੰਗ ਦੀ ਉਹ ਵੀ ਵੱਖਰੀ ਆ। ਇਸ ਕਰਕੇ ਜਿਹੜੇ
ਅਧਿਆਪਕ ਇੱਥੇ ਪੜ੍ਹਾਉਂਦੇ ਨੇ ਉਹਨਾਂ ਦਾ ਲੈਵਲ ਪੜ੍ਹਨ ਦਾ ਯੂਨੀਵਰਸਿਟੀਆਂ ਦਾ ਤੇ ਦਿੱਲੀ ਦੇ ਅਧਿਆਪਕਾਂ ਦੇ ਪੜ੍ਹਨ ਦਾ ਯੂਨੀਵਰਸਿਟੀ ਦਾ ਲੈਵਲ ਹੋਰ ਹੈ ਜੀ। ਤਾਂ ਉਦੋਂ ਵੀ ਸਵਾਲ ਖੜੇ ਹੋਏ ਸੀ ਤੇ ਹੁਣ ਜਿਹੜੇ ਪ੍ਰਿੰਸੀਪਲ ਬਾਹਰ ਭੇਜੇ ਜਾ ਰਹੇ ਨੇ ਸਵਾਲ ਉਹਨਾਂ ਦੇ ਉੱਤੇ ਵੀ ਖੜੇ ਹੋ ਰਹੇ ਨੇ। ਪਿੱਛੇ ਜੇ ਤਾਂ ਰਾਜਪਾਲ ਸਾਹਿਬ ਨੇ ਸਵਾਲ ਪੁੱਛ ਲਿਆ ਸੀਗਾ ਮਾਨ ਸਾਹਿਬ ਨੂੰ ਕਿ ਕਿਸ ਆਧਾਰ ਦੇ ਉੱਤੇ ਤੁਸੀਂ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੀ ਚੋਣ ਕਰਦੇ ਹੋ, ਕਿਸ ਤਰ੍ਹਾਂ ਦਾ ਤੁਹਾਡਾ ਪ੍ਰੋਸੈਸ ਆ, ਕਿਹੜੇ ਪ੍ਰਿੰਸੀਪਲ ਭੇਜਣੇ ਨੇ, ਕਿਹੜੇ ਰੱਖਦੇ ਹੋ, ਕਿਵੇਂ ਹੁੰਦਾ ਸਾਰਾ ਕੁਝ। ਤਾਂ ਉਹਦਾ ਜਵਾਬ ਨਹੀਂ ਦਿੱਤਾ ਗਿਆ ਸੀ, ਤਾਂ ਹੀ ਰੇੜਕਾ ਵੀ ਬਣ ਗਿਆ ਸੀਗਾ। ਤੇ ਹੁਣ ਵੀ ਵੱਡੇ ਸਵਾਲ ਨੇ ਕਿ ਪ੍ਰਿੰਸੀਪਲ ਸਿੱਖ ਕੇ ਕੀ ਆਏ ਨੇ ਤੇ ਜਿਹੜੇ ਅਗਲੇ ਗਏ ਨੇ ਉਹ ਕੀ ਸਿੱਖ ਕੇ ਆਉਣਗੇ ਤੇ ਕਿਸ ਤਰ੍ਹਾਂ ਦਾ ਸਿੱਖਿਆ ਤੰਤਰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇਗਾ। ਜੀ, ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ ਸੰਧੂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਜੀ ਧੰਨਵਾਦ ਜੀ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ।